ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਰੁੱਖ ਕਰੋਨਾ ਮਹਾਮਾਰੀ ਦੇ ਤਾਜ਼ਾ ਅੰਕੜਿਆਂ ਦੇ ਵੱਲ ਕਰਾਂਗੇ। ਪੰਜਾਬ ਦੇ ਵਿੱਚ ਇਹ ਅੰਕੜਿਆਂ ਦੇ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੇ ਵੱਲ ਰੁੱਖ ਕਰੀਏ ਤਾਂ ਪੰਜਾਬ ਦੇ ਹਾਲਾਤ ਵੀ ਕੋਈ ਬਹੁਤੇ ਸੁਖਾਵੇਂ ਨਹੀਂ। ਪੰਜਾਬ ਦੇ ਵਿੱਚ ਇਹ ਹਾਲਾਤ ਕਾਫੀ ਚਿੰਤਾਜਨਕ ਬਣਦੇ ਜਾ ਰਹੇ ਨੇ। ਇਸ ਦਰਮਿਆਨ ਪਿਛਲੇ 24 ਘੰਟੇ ਦੇ ਅੰਕੜਿਆਂ ਦੇ ਵੱਲ ਜੇਕਰ ਨਿਗਾਹ ਮਾਰੀਏ ਤਾਂ ਪੰਜਾਬ ਦੇ ਅੰਦਰ ਪਿਛਲੇ 24 ਘੰਟਿਆਂ ਦੇ ਦਰਮਿਆਨ ਤਕਰੀਬਨ 68 ਦੇ ਕਰੀਬ ਲੋਕ ਇਸ ਦੁਨੀਆ ਤੋਂ ਜਾ ਚੁੱਕੇ ਨੇ। ਉਧਰ ਜੇਕਰ ਕੁੱਲ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਤੱਕ 34,000 ਤੋਂ ਪਾਰ ਹੋ ਚੁੱਕੇ ਨੇ ਤੇ 24 ਘੰਟਿਆਂ ਦੇ ਵਿੱਚ ਜੋ ਅੰਕੜੇ ਆਏ ਨੇ ਉਸ ਦੇ ਵਿੱਚ 4,997 ਨਵੇਂ ਕਰੋਨਾ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਚਿੰਤਾਜਨਕ ਸਥਿਤੀ ਜਿਹੜੀ ਬਹੁਤ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੀ ਹੈ। ਪੰਜਾਬ ਦੇ ਵਿੱਚ ਜੇਕਰ ਹੁਣ ਤੱਕ ਗੱਲ ਕਰੀਏ ਤਾਂ ਇਸ ਧਰਤੀ ਤੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਤਕਰੀਬਨ 7,000 ਤੋਂ ਪਾਰ ਹੋ ਚੁੱਕੀ ਹੈ। ਇਹ ਵੀ ਕਾਫੀ ਵੱਡਾ ਅੰਕੜਾ ਹੁਣ ਤੱਕ ਪੰਜਾਬ ਦੇ ਵਿੱਚ ਹੈ। ਦੱਸ ਦਈਏ ਕਿ 429 ਮਰੀਜ਼ ਆਕਸੀਜਨ ਸਪੋਰਟ ਦੇ ਉੱਤੇ ਨੇ ਅਤੇ 48 ਮਰੀਜ਼ ਵੈਂਟੀਲੇਟਰ ਦੇ ਉੱਤੇ ਨੇ। ਚੰਗੀ ਗੱਲ ਹੈ ਕਿ ਹੁਣ ਤੱਕ 2,57,946 ਮਰੀਜ਼ ਜਿਹੜੇ ਨੇ ਉਹ ਸਿਹਤਯਾਬ ਹੋ ਚੁੱਕੇ ਨੇ ਅਤੇ ਘਰਾਂ ਨੂੰ ਉਹਨਾਂ ਦੀ ਵਾਪਸੀ ਹੋ ਚੁੱਕੀ ਹੈ। ਪਰ ਜੋ ਅੰਕੜੇ ਹੁਣ ਸਾਹਮਣੇ ਆ ਰਹੇ ਨੇ ਇਹ ਵੀ ਚਿੰਤਾਜਨਕ ਨੇ। ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਹੈ। ਲੁਧਿਆਣੇ ਦੇ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਲੁਧਿਆਣੇ ਸ਼ਹਿਰ ਦਾ ਦੁੱਗਰੀ ਇਲਾਕਾ ਦੱਸਿਆ ਜਾਂਦਾ ਜਿਸ ਨੂੰ ਸੀਲ ਕੀਤਾ ਗਿਆ ਹੈ। ਦੁੱਗਰੀ ਦਾ ਫੇਸ 1 ਅਤੇ 2 ਕਿਉਂਕਿ ਇੱਥੇ ਬੀਤੇ ਦਿਨੀ ਕੰਟੇਨਮੈਂਟ ਜ਼ੋਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। 70 ਦੇ ਕਰੀਬ ਨਵੇਂ ਮਾਮਲੇ ਇੱਕ ਦਿਨ ਦੇ ਵਿੱਚ ਇੱਥੋਂ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਲੁਧਿਆਣਾ ਦੇ MLA ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦਾ ਪ੍ਰਤੀਕਰਮ ਹੈ। ਉਹਨਾਂ ਨੇ ਇਸ ਦੇ ਉੱਤੇ ਸਰਕਾਰ ਨੂੰ ਹੀ ਘੇਰ ਲਿਆ ਹੈ। ਹਾਂਜੀ, ਹਲਕਾ ਆਤਮਨਗਰ ਅਰਬਨ ਸਟੇਟ ਦੁੱਗਰੀ ਫੇਸ 1 ਐਂਡ 2 ਇੱਥੇ ਜਿਹੜਾ ਲਾਕਡਾਊਨ ਲਾਇਆ। ਸੋ ਇਹ ਲਾਕਡਾਊਨ ਕੋਈ ਹੱਲ ਨਹੀਂ ਹੈਗਾ। ਸਾਡੇ ਕੋਲੇ ਜਦੋਂ ਤੋਂ ਕਰੋਨਾ ਸਟਾਰਟ ਹੋਇਆ ਤਕਰੀਬਨ 1.25 ਸਾਲ ਦਾ ਅਰਸਾ ਹੋ ਗਿਆ। ਸਾਡੇ ਕੋਲੇ ਲਾਕਡਾਊਨ ਲਾਉਣ ਦੇ ਨਤੀਜੇ ਕੀ ਹੈ ਸਾਡੇ ਸਾਹਮਣੇ ਹੈਗੇ ਆ। ਲਾਕਡਾਊਨ ਨਾਲ ਕੋਈ ਫਰਕ ਨਹੀਂ ਪੈਣਾ, ਜਦ ਕਿ ਲਾਕਡਾਊਨ ਲਾਉਣ ਦੇ ਨਾਲ ਅਰਬਨ ਸਟੇਟ ਦੁੱਗਰੀ ਦੇ ਵਿੱਚ ਵਪਾਰੀ, ਇੰਡਸਟਰੀਅਲਿਸਟ ਤੇ ਲੇਬਰ ਕਲਾਸ, ਵਪਾਰ ਲੁਧਿਆਣੇ ਦਾ ਪਹਿਲਾਂ ਬੁਰੀ ਤਰ੍ਹਾਂ ਤਹਿਸ ਨਹਿਸ ਹੋਇਆ। ਇਹ ਲਾਕਡਾਊਨ ਲਾਉਣ ਨਾਲ ਜਿੱਥੇ ਇੰਡਸਟਰੀਅਲਿਸਟ ਤੇ ਵਪਾਰੀ ਵੱਡੀ ਗਿਣਤੀ 'ਚ ਵਸਦੇ ਆ, ਲੁਧਿਆਣੇ ਦਾ ਵਪਾਰ ਤੇ ਕਾਰੋਬਾਰ ਬੁਰੇ ਤਰੀਕੇ ਨਾਲ ਤਬਾਹ ਹੋਏਗਾ। ਲਾਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ। ਫੇਲਿਅਰ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਲੋਕਾਂ ਨੂੰ ਇਹ ਦੱਸਣ ਦੇ ਵਿੱਚ ਅਸਫਲ ਹੈਗਾ, ਲੋਕਾਂ ਨੂੰ ਜਾਗਰੂਕ ਕਰਨ 'ਚ ਅਸਫਲ ਹੈ ਵੀ ਭਾਈ ਇਹ ਕਰੋਨਾ ਕੁਝ ਨਹੀਂ ਹੈਗਾ। ਤੁਸੀਂ ਦਿਨ ਦੇ ਵਿੱਚ 3 ਟਾਈਮ ਸਿੰਪਲ ਪਾਣੀ ਦੀ ਭਾਫ਼ ਚੰਗੇ ਤਰੀਕੇ ਲੈ ਲਓ, ਇਨਟੇਕ ਨੱਕ ਰਾਹੀਂ ਕਰੋ, ਮੂੰਹ ਰਾਹੀਂ ਬਾਹਰ ਕੱਢ ਦਿਓ। ਲਓ ਪੋਜ਼ਿਟਿਵ ਪੇਸ਼ੈਂਟ 3 ਦਿਨ ਸਟੀਮ ਲੈ ਲਵੇ, ਚੌਥੇ ਦਿਨ ਰਿਜ਼ਲਟ ਉਹਦਾ ਨੈਗੇਟਿਵ ਹੋਏਗਾ, ਰਿਪੋਰਟ ਕਰਾ ਕੇ ਦੇਖ ਲਓ। ਇਹ ਫੇਲਿਅਰ ਹੈਗਾ ਐਡਮਿਨਿਸਟ੍ਰੇਸ਼ਨ ਦਾ। ਲਾਕਡਾਊਨ ਲਾਉਣਾ ਲੁਧਿਆਣੇ ਦੇ ਵਪਾਰ ਨੂੰ ਤਬਾਹ ਕਰਨ ਦੇ ਤੁੱਲ ਹੈਗਾ। ਸੋ ਮੈਂ ਫਿਰ ਐਡਮਿਨਿਸਟ੍ਰੇਸ਼ਨ ਨੂੰ ਇਹ ਰਿਕੁਐਸਟ ਕਰੂੰਗਾ, ਗਵਰਨਮੈਂਟ ਨੂੰ ਰਿਕੁਐਸਟ ਕਰੂੰਗਾ ਵੀ ਇਹ ਲਾਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ ਹੈਗਾ। ਲੋਕਾਂ ਨੂੰ ਅਵੇਅਰ ਕਰੋ, ਜਾਗਰੂਕ ਕਰੋ, ਕੈਂਪ ਲਾਓ ਤਾਂ ਜੋ ਕੋਰੋਨਾ ਤੋਂ ਆਪਣੇ ਆਪ ਨੂੰ ਬਚਾਅ ਵਾਸਤੇ ਲੋਕ ਇਸ ਤਰੀਕੇ ਤਿਆਰ ਹੋ ਜਾਣ ਕਿ ਕੋਰੋਨਾ ਨੇੜੇ ਨਾ ਆ ਸਕੇ। ਉਧਰ ਕੇਂਦਰ ਸਰਕਾਰ ਤੋਂ ਖਫਾ ਨਜ਼ਰ ਆ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ। ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਉੱਤੋਂ ਆਮ ਲੋਕਾਂ ਨੂੰ ਫਿਰ ਤੋਂ ਅਪੀਲ ਕੀਤੀ ਹੈ ਕਿ ਫਿਰ ਤੋਂ ਮੋਰਚਿਆਂ ਦੇ ਵਿੱਚ ਪਹੁੰਚਣ ਤਾਂ ਜੋ ਮੋਰਚੇ ਨੂੰ ਫਿਰ ਇੱਕ ਵਾਰ ਮਜ਼ਬੂਤ ਕੀਤਾ ਜਾ ਸਕੇ। ਇਹ ਅਪੀਲ ਕਰਦੇ ਨਜ਼ਰ ਆਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ। ਆਪੋ ਆਪਣੇ ਘਰਾਂ ਦੇ ਵਿੱਚ, ਆਪੋ ਆਪਣੇ ਪਿੰਡਾਂ ਦੇ ਵਿੱਚ ਇਹ ਸੁਨੇਹਾ ਲਾਓ ਕਿ ਇਸ ਮੋਰਚੇ ਨੂੰ ਦੁਬਾਰਾ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਲੈ ਕੇ ਜਾਣਾ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ। ਬਸ ਇੰਨੀ ਕੁ ਬੇਨਤੀ ਮੇਰੀ ਪ੍ਰਵਾਨ ਕਰਿਓ। ਅੰਤ ਤੱਕ ਜਿਹੜੇ ਮੇਰੇ ਵੀਰ ਬੈਠੇ ਹੋ ਵਿਸ਼ਵਾਸ ਦਿਵਾਇਓ ਇਸ ਗੱਲ ਦਾ ਕਿ ਆਪਾਂ ਇਸ ਗੱਲ ਲਈ ਜਿੱਦਾਂ ਸਹਿਮਤ ਹਾਂ ਕਿ ਮੋਰਚੇ ਨੂੰ ਤਕੜਾ ਕਰਨਾ ਤਾਂ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਮੇਰੇ ਵੀਰੋ। ਰਾਤ ਵੀ ਅਸੀਂ ਲਗਭਗ ਅੱਧੀ ਰਾਤ ਨੂੰ ਆਪਣੇ IT ਸੈੱਲ ਦੇ ਉੱਤੋਂ ਲਾਈਵ ਹੋ ਕੇ ਬੇਨਤੀ ਕੀਤੀ ਆ ਲੋਕਾਂ ਨੂੰ। ਸਾਰੇ ਕਿਸਾਨ ਲੀਡਰ ਬੇਨਤੀ ਕਰ ਰਹੇ ਨੇ। ਸੋ ਤੁਸੀਂ ਵੀ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ। ਆਪਾਂ ਇਹ ਨਹੀਂ ਸੋਚਣਾ ਕਿ ਜ਼ਿੰਮੇਵਾਰੀ ਇਕੱਲੇ ਲੀਡਰਾਂ ਦੀ ਹੈ, ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੈਸੇਜ ਲਾਓ, ਮਗਰ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਤੋਂ ਬੁਲਾਓ, ਲਗਾਤਾਰ ਜ਼ੋਰ ਲਾ ਕੇ ਗਿਣਤੀ ਨੂੰ ਇੱਥੇ ਦੁਬਾਰਾ ਇਹ ਸਾਰੇ ਦਾ ਸਾਰਾ ਪੰਡਾਲ ਆ ਜਿਹੜਾ ਇਹ ਭਰਿਆ ਹੋਵੇ। ਜਿਹੜੇ ਸਾਡੇ ਤੰਬੂ ਨੇ ਭਰੇ ਨਜ਼ਰ ਆਉਣ, ਪਤਾ ਲੱਗੇ ਕਿ ਉਹੀ ਚਹਿਲ ਪਹਿਲ, ਉਹੀ ਮੋਰਚਾ, ਉਹੀ ਬੁਲੰਦੀਆਂ ਦੇ ਵਿੱਚ ਮੋਰਚਾ ਜਾ ਚੁੱਕਿਆ ਤਾਂ ਕਿ ਸਰਕਾਰ ਦੀ ਹਿੰਮਤ ਨਾ ਪਵੇ। ਹਿੰਮਤ ਤਾਂ ਵੈਸੇ ਪੈਣੀ ਨਹੀਂ, ਮੈਨੂੰ ਇਸ ਗੱਲ ਦਾ ਗਰੰਟੀ ਹੈ, ਤਸੱਲੀ ਹੈ, ਪਰ 0.5% ਅਗਰ ਕੋਈ ਚਾਂਸ ਵੀ ਹੈ
ਤਾਂ ਉਹ ਵੀ ਸਰਕਾਰ ਨੂੰ ਤੁਹਾਨੂੰ ਛੇੜਨ ਦਾ ਮੌਕਾ ਨਾ ਮਿਲ ਸਕੇ। ਉਧਰ ਨਵਜੋਤ ਸਿੰਘ ਸਿੱਧੂ ਨੂੰ ਐਚਐਸ ਫੂਲਕਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ, ਜਿਸ ਚਿੱਠੀ ਦੇ ਵਿੱਚ ਬਰਗਾੜੀ ਮੋਰਚੇ ਦੇ ਉੱਤੇ ਐਕਸ਼ਨ ਦੀ ਅਪੀਲ ਕੀਤੀ ਹੈ। ਦੱਸਦੀਏ ਕਿ ਐਚਐਸ ਫੂਲਕਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਝੋਲੀ ਅੱਡ ਕੇ ਇਸ ਮਸਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਸੀ, ਹੁਣ ਸਮਾਂ ਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਣਾ ਚਾਹੀਦਾ ਹੈ। ਇਸ ਸਾਰੇ ਮਸਲੇ ਦੇ ਉੱਤੇ ਐਕਸਪਰਟ ਰਾਏ ਲਵਾਂਗੇ ਤੇ ਚੱਲਦੇ ਹਾਂ ਸਿੱਧਾ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੁਣਾਂ ਦੇ ਵੱਲ। ਡੱਲਾ ਸਾਹਿਬ, ਇਸ ਚਿੱਠੀ ਦਾ ਕੀ ਮਤਲਬ ਸਮਝ ਰਹੇ ਹੋ ਕਿ ਸਿਆਸਤੀ ਐਂਟਰੀ ਹੋ ਸਕਦੀ ਹੈ ਇੱਕ ਵਾਰ ਫਿਰ ਤੋਂ ਐਚਐਸ ਫੂਲਕਾ ਦੀ ਜਾਂ ਅਸਤੀਫੇ ਵਰਗੀ ਸਥਿਤੀ ਨਵਜੋਤ ਸਿੰਘ ਸਿੱਧੂ ਦੀ ਪੈਦਾ ਹੋ ਸਕਦੀ ਹੈ? ਹੁਣ ਇੱਕ ਤਰੀਕੇ ਨਾਲ ਹਰਵਿੰਦਰ ਸਿੰਘ ਫੂਲਕਾ ਉਹਨਾਂ ਨੇ ਐਚਐਸ ਫੂਲਕਾ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਸਾਰੇ ਝੋਲੀ ਅੱਡਣ ਵਾਲੇ ਸੀ, ਝੋਲੀਆਂ ਅੱਡੀਆਂ ਸੀ ਸਿੱਧੂ ਨੇ ਵੀ ਹੁਣ ਕੁਝ ਨਹੀਂ ਹੋਇਆ, ਹੁਣ ਮੌਕਾ ਆ ਗਿਆ ਕਿ ਆਪਾਂ ਕਾਰਵਾਈ ਕਰਾਈਏ ਔਰ ਤੁਸੀਂ ਹਿੰਮਤ ਕਰੋ ਕਿਉਂਕਿ ਤੁਸੀਂ ਜੁਰਅਤ ਰੱਖਦੇ ਹੋ ਆਪਣੀ ਸਰਕਾਰ ਦੇ ਅੱਗੇ ਵੀ ਕੋਈ ਮੁੱਦਾ ਚੱਕਣ ਦੇ ਲਈ। ਸੋ ਇੱਕ ਤਰੀਕੇ ਨਾਲ ਐਚਐਸ ਫੂਲਕਾ ਨੇ ਇੱਕ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਦੇ ਮੋਢਿਆਂ ਤੇ ਲਾਤੀ ਵੀ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਅੱਗੇ ਹੋ ਕੇ ਲੜਾਈ ਲੜੋ। ਹੁਣ ਨਵਜੋਤ ਸਿੰਘ ਸਿੱਧੂ ਇਸ ਚਿੱਠੀ ਨੂੰ ਕਿਵੇਂ ਦੇਖਦੇ ਨੇ? ਠੀਕ ਉਸੇ ਤਰ੍ਹਾਂ ਜ਼ਰੂਰੀ ਹੈ ਜਿਵੇਂ ਮਨਮੋਹਨ ਸਿੰਘ ਦੀ ਚਿੱਠੀ ਨੂੰ ਪ੍ਰਧਾਨ ਮੰਤਰੀ ਸਾਹਿਬ ਲਈ ਦੇਖਣਾ ਬਹੁਤ ਜ਼ਰੂਰੀ ਹੈ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਲਈ ਵੀ ਐਚਐਸ ਫੂਲਕਾ ਉਹਨਾਂ ਦੀ ਚਿੱਠੀ ਨੂੰ ਪੜ੍ਹ ਕੇ ਸਮਝ ਕੇ ਉਹਦੇ ਮੁਤਾਬਕ ਸੁਝਾਅ ਲੈ ਕੇ ਅੱਗੇ ਵਧਣਾ ਬੜਾ ਜ਼ਰੂਰੀ ਹੈ। ਔਰ ਮੈਨੂੰ ਪੂਰੀ ਆਸ ਹੈ ਕਿ ਨਵਜੋਤ ਸਿੰਘ ਸਿੱਧੂ ਜ਼ਰੂਰ ਐਚਐਸ ਫੂਲਕਾ ਉਹਨਾਂ ਦੀ ਚਿੱਠੀ ਨੂੰ ਸਤਿਕਾਰ ਦਿੰਦੇ ਹੋਏ ਉਹਦੇ ਮੁਤਾਬਕ ਅੱਗੇ ਵਧਣਗੇ। ਔਰ ਮੈਨੂੰ ਇਹ ਲੱਗਦਾ ਗਗਨ ਕਿ ਉਹ ਵੇਲਾ ਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਮਹੀਨਾ 2 ਮਹੀਨੇ ਲੈ ਲੈਣ, ਹੋਰ ਇਸ ਤੋਂ ਵੱਧ ਸਮਾਂ ਨਹੀਂ ਸਿੱਧੂ ਕੋਲੇ ਵੀ ਹੋਣਾ। ਹੁਣ ਵੇਲਾ ਆ ਗਿਆ ਮਹੀਨੇ 2 ਮਹੀਨਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਦੇਣ ਪੰਜਾਬ ਦੀ ਵਿਧਾਨ ਸਭਾ ਤੋਂ ਔਰ ਖੁੱਲ੍ਹ ਕੇ ਸਰਕਾਰ ਤੋਂ, ਆਪਣੀ ਸਰਕਾਰ ਤੋਂ ਖੁੱਲ੍ਹ ਕੇ ਸਵਾਲ ਕਰਨ, ਕਿਉਂਕਿ ਜੇ ਸਰਕਾਰ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦੇਣ ਨੂੰ ਤਿਆਰ ਨਹੀਂ ਤਾਂ ਸਿੱਧੂ ਅਸਤੀਫਾ ਦੇ ਕੇ ਬੋਝ ਮੁਕਤ ਹੋ ਕੇ ਸਵਾਲ ਕਰੇ ਵੀ ਹੁਣ ਤਾਂ ਮੈਂ ਐਮਐਲਏ ਵੀ ਨਹੀਂ, ਹੁਣ ਤਾਂ ਮੈਂ ਇੱਕ ਕਾਂਗਰਸ ਦਾ ਵਰਕਰ ਹਾਂ, ਹੁਣ ਮੈਂ ਇਹ ਸਵਾਲ ਕਰਦਾ ਤੁਹਾਡੇ ਤੋਂ। ਜੇ ਕਾਂਗਰਸ ਦੁਬਾਰਾ ਸੱਤਾ 'ਚ ਆਉਣਾ ਚਾਹੁੰਦੀ ਹੈ, ਜੇ ਕਾਂਗਰਸ ਦੁਬਾਰਾ ਇਨਸਾਫ ਦੇਣਾ ਚਾਹੁੰਦੀ ਹੈ ਤੇ ਕੁਝ ਕਰਕੇ ਕਾਂਗਰਸ ਨੂੰ ਦਿਖਾਉਣਾ ਪਊਗਾ। ਔਰ ਕੈਪਟਨ ਅਮਰਿੰਦਰ ਸਿੰਘ ਕੋਲੇ ਵੀ ਆਹੀ 7-8 ਮਹੀਨੇ ਹੀ ਆ ਗਗਨ, ਹੁਣ ਤਾਂ ਸਾਲ ਤੋਂ ਘੱਟ ਸਮਾਂ ਵੋਟਾਂ ਨੂੰ ਰਹਿ ਗਿਆ, 4 ਸਾਲ ਤਾਂ ਲੰਘ ਗਏ। ਕੈਪਟਨ ਸਾਹਿਬ ਕਹਿੰਦੇ ਸੀ ਮੇਰੀ ਸਰਕਾਰ ਬਣਾ ਦਿਓ, ਮੈਂ ਤਾਂ ਇਨਸਾਫ ਦਊਂਗਾ। ਸਿੱਟ ਵੀ ਬਣਾਈ ਸੀ, ਦੇਖੋ ਕਾਰਨ ਕੋਈ ਵੀ ਹੋਵੇ, ਵਿਜੇ ਪ੍ਰਤਾਪ ਦੀ ਸਿੱਟ 'ਚ ਕੋਈ ਖਾਮੀ ਸੀ, ਹਾਈ ਕੋਰਟ ਨੇ ਕੋਈ ਤਕਨੀਕੀ ਖਾਮੀ ਲੱਭ ਕੇ ਸਿੱਟ ਰੱਦ ਕਰਤੀ। ਇੱਕ ਗੱਲ ਪਤਾ ਵੀ ਜਾਂਚ ਰੱਦ ਹੋ ਗਈ, ਜਾਂਚ ਖਤਮ ਹੋ ਗਈ। ਹੁਣ ਨਵੇਂ ਸਿਰਿਓਂ ਸਾਰੀਆਂ ਜਾਂਚਾਂ ਕਿੱਥੇ ਹੋਣਗੀਆਂ ਜੀ? ਪਹਿਲੀ ਜਾਂਚ ਹੀ ਮਸਾਂ 4 ਸਾਲ 'ਚ ਮੁਕੰਮਲ ਨਹੀਂ ਸੀ ਹੋਈ ਹੈ ਗਗਨ, ਤੇ ਹੁਣ ਨਵੇਂ ਸਿਰੇ ਤੋਂ ਕਿੱਥੋਂ ਉਮੀਦ ਹੈ? ਸੋ ਇਸ ਕਰਕੇ ਇਹਦੇ ਲਈ ਹੁਣ ਕੋਈ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ। ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਕਹਿਣ ਵੀ ਆ 2 ਮਹੀਨੇ ਦੇ ਵਿੱਚ ਨਵੀਂ ਸਿੱਟ ਬਣਾਈ, 2 ਮਹੀਨੇ ਦੇ ਵਿੱਚ ਸਿੱਟ ਆਪਣੀ ਰਿਪੋਰਟ ਹੈ ਹਾਈ ਕੋਰਟ 'ਚ ਦਊਗੀ, ਤੇ ਫਾਸਟ ਟਰੈਕ ਕੋਰਟ ਸੂਬੇ ਦੀ ਸਰਕਾਰ ਮੰਗੇ ਸੁਪਰੀਮ ਕੋਰਟ 'ਚ ਜਾ ਕੇ ਵੀ ਸਾਨੂੰ ਫਾਸਟ ਟਰੈਕ ਕੋਰਟ ਦਿਓ। 2 ਮਹੀਨੇ 'ਚ ਸਿੱਟ ਜਾਂਚ ਕਰੂਗੀ, 1 ਮਹੀਨੇ 'ਚ ਸੁਪਰੀਮ ਕੋਰਟ ਦੀ ਫਾਸਟ ਟਰੈਕ ਅਦਾਲਤ ਫੈਸਲਾ ਸੁਣਾਵੇ, ਚਾਹੇ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਜਾਵੇ ਜਿਹੜੀ 1 ਮਹੀਨੇ 'ਚ ਫੈਸਲਾ ਸੁਣਾਵੇ। ਆ ਤੁਸੀਂ ਦੇਖੋ ਨਾ ਜੀ, ਆ ਕਿੰਨੀਆਂ ਸਾਡੀਆਂ ਫਾਸਟ ਟਰੈਕ ਅਦਾਲਤਾਂ ਬਣਦੀਆਂ ਨੇ, ਮਸਲੇ ਨਿਬੇੜ ਦਿੰਦੀਆਂ। ਸੋ ਇਹ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਇਨਸਾਫ ਦੇਣ ਵਾਲੇ ਪਾਸੇ ਸੋਚਣ। ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਉਧਰ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੇ ਵੱਲੋਂ ਮੁਸਲਿਮ ਭਾਈਚਾਰੇ ਦੇ ਨਾਲ ਬੈਠ ਕੇ ਉਹਨਾਂ ਦਾ ਰੋਜ਼ਾ ਖੁਲਵਾਇਆ ਗਿਆ। ਇਸ ਮੌਕੇ ਦੇ ਉੱਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਖੁਸ਼ੀ ਦੇ ਵਿੱਚ ਨਜ਼ਰ ਆਏ ਤੇ ਨਾਲ ਹੀ ਗੁਰਨਾਮ ਸਿੰਘ ਚਡੂਨੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਦਿਲੋਂ ਬਹੁਤ ਖੁਸ਼ੀ ਹੋਈ ਹੈ ਇਸ ਤਰ੍ਹਾਂ ਉਹਨਾਂ ਦਾ ਰੋਜ਼ਾ ਖੁਲਵਾ ਕੇ। आज रमज़ान का 5वां दिन है, हमारे मुसलमान भाई रोज़ा रख रहे हैं। सभी को रमज़ान की बहुत बहुत मुबारक। आप सभी जो हमारे मुसलमान भाई हैं वो बड़े फुलें और परमात्मा आपको और तरक्की दे। और आज हमें खुशी है कि हमारे मुसलमान भाई जो कुंडली धरने पे हैं और हमारे साथ में बैठे हैं, वकील साहब हैं पंजाब से, मलेरकोटला से मुबीन फारूकी जी, जिन्होंने हमें आज बहुत सम्मान दिया। आज जो रोज़ा खुलवाना था उसके लिए हमें बुलाया गया और हमने इनका रोज़ा खुलवाया है और स्टेज पे खुलवाया और बहुत अच्छा लगा है कि आज हमारा भाईचारा जो है वो हम संदेश देना चाहते हैं देश को, देश की सरकार को, कि आज हमारे में कोई किसी तरह का मतभेद नहीं है। हम सब भाई भाई हैं, सब एक ही परमात्मा की औलाद हैं। और यहाँ पे जिस तरह से ये मुस्लिम भाई
इस आंदोलन में सहयोग कर रहे हैं, उसके लिए सभी मुस्लिम भाइयों का बहुत बहुत धन्यवाद है। यहाँ पे लंगर लगाया हुआ है, यहाँ पे 4-5 महीने से बैठे हुए हैं, लगातार सेवा कर रहे हैं। उसके लिए हम सारे मुस्लिम समाज के बहुत बहुत धन्यवादी हैं, बहुत बहुत आभारी हैं। और हम अपनी तरफ से, अपने सभी किसान संगठनों की तरफ से पूरे मुस्लिम समाज को बहुत बहुत मुबारकबाद देना चाहते हैं। रमज़ान की सभी को बहुत बहुत मुबारक हो। अस्सलाम वालेकुम रहमतुल्लाहि व बरकातहू। ਅਸੀਂ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਸਾਡੇ ਪ੍ਰਧਾਨ ਜੀ, ਸਾਡੇ ਹਰਮਨ ਪਿਆਰੇ ਨੇਤਾ ਔਰ ਇੱਕ ਦਲੇਰ ਨੇਤਾ। ਸਾਨੂੰ ਖੁਸ਼ੀ ਹੋਈ ਹੈ ਬਹੁਤ, ਅਸੀਂ ਖੁਸ਼ਨਸੀਬ ਆਪਣੇ ਆਪ ਨੂੰ ਮੰਨਦੇ ਹਾਂ ਕਿ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਪ੍ਰਧਾਨ ਜੀ ਨੇ ਟਾਈਮ ਕੱਢਿਆ ਔਰ ਇੱਥੇ ਆ ਕੇ ਸਾਡਾ ਰੋਜ਼ਾ ਇਫਤਾਰੀ ਕਰਾਈ ਹੈ, ਤਾਂ ਅਸੀਂ ਬਹੁਤ ਆਪਣੇ ਆਪ ਨੂੰ ਖੁਸ਼ਨਸੀਬ ਮੰਨਦੇ ਹਾਂ। ਔਰ ਅਸੀਂ ਦੁਆ ਵੀ ਕੀਤੀ ਔਰ ਸਾਰੇ ਮੁਸਲਿਮ ਭਾਈਚਾਰੇ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਇਸ ਪਵਿੱਤਰ ਮਹੀਨੇ ਦੇ ਵਿੱਚ, ਕਿਉਂਕਿ ਅੱਲਾਹ ਤਾਲਾ ਇਸ ਵਕਤ ਰਹਿਮਤਾਂ ਦੇ ਦਰਵਾਜ਼ੇ ਖੋਲ੍ਹ ਦਿੰਦਾ, ਇਸ ਲਈ ਸਾਰੇ ਭਰਾ ਆਪਾਂ ਮਿਲ ਕੇ ਦੁਆ ਕਰੀਏ ਕਿ ਅੱਲਾਹ ਤਾਲਾ ਸੰਯੁਕਤ ਕਿਸਾਨ ਮੋਰਚੇ ਨੂੰ ਜਲਦੀ ਤੋਂ ਜਲਦੀ ਫਤਿਹ ਨਸੀਬ ਫਰਮਾਵੇ। ਔਰ ਦੂਸਰਾ, ਆਪਾਂ ਸਾਰੇ ਸਾਥ ਵੀ ਦਈਏ ਵੀਰੋ, ਠੀਕ ਹੈ। ਇਕੱਲਾ ਆਪਾਂ ਦੁਆ ਨਾਲ ਨਹੀਂ, ਆਪਾਂ ਇੱਥੇ ਵੀ ਆਉਣਾ, ਆਪਾਂ ਮੋਰਚੇ 'ਚ ਵੀ ਜੁੜਨਾ। ਜਿਵੇਂ ਦੇ ਹੁਣ ਹਾਲਾਤ ਅੱਗੇ ਆ ਰਹੇ ਨੇ, ਦੱਸਿਆ ਗਿਆ ਕਿ ਜੀ ਕਲੀਨ ਇੱਕ ਆਪਰੇਸ਼ਨ ਕਰਨਾ, ਉਹਦਾ ਪ੍ਰਧਾਨ ਜੀ ਵੱਲੋਂ ਐਸਾ ਜਵਾਬ ਮੂੰਹ ਤੋੜ ਦਿੱਤਾ ਗਿਆ ਕਿ ਮੇਰੇ ਖਿਆਲ ਨਾਲ ਸਰਕਾਰ ਦੁਬਾਰਾ ਹਿੰਮਤ ਨਹੀਂ ਕਰੂਗੀ ਐਸਾ ਕੁਝ ਕਰਨ ਦੀ। ਮਗਰ ਫਿਰ ਵੀ ਸਾਨੂੰ ਚੌਕਸ ਰਹਿਣਾ ਪਏਗਾ ਔਰ ਸਾਰੇ ਧਰਮਾਂ ਦੇ ਜਿਹੜੇ ਭਾਈਚਾਰੇ ਇੱਥੇ ਇਕੱਠੇ ਆ, ਸ਼ੁਰੂ ਤੋਂ ਪਹਿਲੇ ਦਿਨ ਤੋਂ ਅਸੀਂ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਆ ਔਰ ਇਨਸ਼ਾਅੱਲਾ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਔਰ ਇਨਸ਼ਾਅੱਲਾ ਅਸੀਂ ਮੋਰਚਾ ਜਿੱਤ ਕੇ ਹੀ ਜਾਵਾਂਗੇ। ਅੱਲਾਹ ਤਾਲਾ ਤੋਂ ਦੁਆ ਕਰਦੇ ਹਾਂ, ਅੱਲਾਹ ਤਾਲਾ ਜਲਦ ਤੋਂ ਜਲਦ ਇਸ ਮੋਰਚੇ ਨੂੰ ਫਤਿਹ ਨਸੀਬ ਫਰਮਾਵੇ। ਉਧਰ ਦਿੱਲੀ ਦੇ ਵਿੱਚ ਵੀ ਕਰੋਨਾ ਮਹਾਮਾਰੀ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਨੇ। ਦਿੱਲੀ ਦੀ ਸਰਕਾਰ ਕਾਫੀ ਚਿੰਤਤ ਨਜ਼ਰ ਆ ਰਹੀ ਹੈ। ਦਿੱਲੀ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਆਕਸੀਜਨ ਅਤੇ ਬੈੱਡਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਮਹਿਸੂਸ ਹੋ ਰਹੀ ਹੈ। घंटे में लगभग 25,500 केस दिल्ली में आए हैं कोरोना के। उसके पिछले 24 घंटे में 24,000 आए थे, उसके पिछले 24 घंटे में 19,500 आए थे। सो अभी कोरोना के केसेस बढ़ने की गति चालू है, काफ़ी तेज़ी से बढ़ रहे हैं। ज़्यादा चिंता की बात यह है कि पिछले 24 घंटे में पॉजिटिविटी रेट बढ़ के लगभग 30% हो गया है, जबकि ये उसके पिछले 24 घंटे में केवल 24% था। 24% से बढ़ के 30% पॉजिटिविटी रेट हो गया। बहुत ज़्यादा तेज़ी से केसेस बढ़ रहे हैं। अभी पूरे दिल्ली का अगर जायज़ा लिया जाए तो जो कोरोना के लिए बेड रिज़र्व हैं, वो बेड काफ़ी तेज़ी से ख़त्म होते जा रहे हैं। पेशेंट्स बहुत तेज़ी से मरीज़ जो हैं वो अस्पतालों में जा रहे हैं। आईसीयू बेड्स की खासकर काफ़ी कमी हो गई है। लगभग सारे दिल्ली के आईसीयू बेड्स मिला के 100 से भी कम आईसीयू बेड्स पूरे दिल्ली में बचे हैं। ऑक्सीजन की भी काफ़ी कमी है। कल रात को एक प्राइवेट हॉस्पिटल ने हमें बताया कि उनके यहाँ काफ़ी ज़्यादा कमी हो गई थी, जिसकी वजह से त्रासदी होते होते बची। ये हम लगातार केंद्र सरकार के संपर्क में भी हैं, उनसे भी मदद मांग रहे हैं, उनसे मदद मिल रही है। जो मदद अभी तक हमें उनसे मिली है उसके लिए हम उनका शुक्रिया भी अदा करते हैं। और कल मेरी शाम को डॉक्टर हर्षवर्धन से भी बात हुई थी, उनको भी मैंने बताया कि हमें बेड्स की और ऑक्सीजन की बहुत ज़्यादा ज़रूरत है। आज सुबह श्री अमित शाह जी से भी मेरी बात हुई फ़ोन के ऊपर, उनको भी मैंने बताया कि बेड्स की बहुत ज़्यादा ज़रूरत है। और दिल्ली में लगभग केंद्र सरकार के सारे अस्पतालों के मिला के 10,000 के करीब बेड हैं। अभी उसमें से 1800 बेड जो हैं वो रिज़र्व किए गए हैं कोरोना के लिए। हमारी केंद्र सरकार से निवेदन है कि कम से कम 10,000 में से 7,000 बेड, इतनी गंभीर परिस्थिति, पल पल परिस्थिति ख़राब हो रही है, तो कम से कम 10,000 में से 7,000 बेड कोरोना के लिए रिज़र्व किए जाएं और ऑक्सीजन की तुरंत हमको सप्लाई की जाए। दिल्ली सरकार की तरफ से हम 6,000 अगले 2-3 दिन के अंदर मैं उम्मीद करता हूं कि 6,000 से ज़्यादा बेड्स हम ऑक्सीजन बेड्स
हम तैयार कर लेंगे। और जैसा मैंने बताया, आईसीयू बेड्स की कमी है। आईसीयू बेड्स की कमी, आईसीयू बेड्स एज इट इज़ तो हम कितने बढ़ा पाएंगे उसकी एक सीमा है, लेकिन देखने में आया कि अधिकतर मरीजों को हाई फ्लो ऑक्सीजन की ज़रूरत होती है। तो हम कई सारे अस्पतालों के अंदर हाई फ्लो ऑक्सीजन का इंतज़ाम कर रहे हैं ताकि और बेड्स का हाई फ्लो ऑक्सीजन के बेड्स लगाए जा सकें। तो 6000 के करीब हम ऑक्सीजन बेड्स अगले कुछ दिनों में यमुना स्पोर्ट्स कॉम्प्लेक्स, कॉमनवेल्थ गेम्स, राधा स्वामी सत्संग वाला ब्यास वाला जो केंद्र था उसको दोबारा चालू कर रहे हैं। कई स्कूलों के अंदर भी बेड्स लगाए जा रहे हैं और उनको हॉस्पिटल्स के साथ अटैच किया जा रहा है। जो कर्फ्यू लगाया गया है उसका लोग काफ़ी सहयोग कर रहे हैं। मैं पूरे दिल्ली की जनता का तहे दिल से शुक्रिया अदा करना चाहता हूं। जिस तरह से कोरोना की महामारी में जनता एक साथ मिलके, पूरी दिल्ली एक साथ मिलके इसका सामना कर रहे हैं। कई संस्थानों से भी बहुत मदद आ रही है। कई सारी एनजीओज़ जो हैं वो बहुत मदद कर रही है। कई सारे प्राइवेट डॉक्टर्स अपनी अपनी कैपेसिटी में, डॉक्टर्स की एनजीओज़ कई मदद कर रही है। धार्मिक संगठन सामने आ रहे हैं, कई सारे सामाजिक संगठन सामने आ रहे हैं। मैं उन सब का शुक्रिया अदा करता हूं। मैं केंद्र सरकार का शुक्रिया अदा करता हूं और मैं उम्मीद करता हूं कि हम सब लोग मिलकर इस चौथी वेव को भी जल्द पार पा लेंगे। उधर रुख दीप सिद्धू ਦੀ ਗੱਲ ਕਰੀਏ ਤਾਂ ਲਾਲ ਕਿਲੇ ਦੀ ਘਟਨਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਨੂੰ ਇੱਕ ਮਾਮਲੇ ਦੇ ਵਿੱਚੋਂ ਜ਼ਮਾਨਤ ਮਿਲਣ ਤੋਂ ਬਾਅਦ ਹੁਣ ਦੂਜੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ। ਦੱਸਦੇ ਕਿ ਪੁਰਾਤੱਤਵ ਵਿਭਾਗ ਦੇ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਉੱਤੇ ਦੀਪ ਸਿੱਧੂ ਨੂੰ ਦੁਬਾਰਾ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਦੀਪ ਸਿੱਧੂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਪੁਲਿਸ ਦੇ ਵੱਲੋਂ 4 ਦਿਨਾਂ ਰਿਮਾਂਡ ਜਿਹੜਾ ਮੰਗਿਆ ਗਿਆ ਹੈ। ਇਸ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਣੀ ਹੈ। ਇੱਕ ਵਾਰ ਫਿਰ ਤੋਂ ਕੋਰਟ ਇਸ ਮਾਮਲੇ ਦੇ ਵਿੱਚ ਸੁਣਵਾਈ ਕਰੇਗਾ ਤੇ ਰਿਮਾਂਡ ਮਿਲਦਾ ਜਾਨੀ ਇਹ ਗੱਲ ਵੀ ਅੱਜ ਹੀ ਸਾਫ਼ ਹੋਏਗੀ। ਦੱਸਦੇ ਕਿ ਦੀਪ ਸਿੱਧੂ ਦੇ ਵਕੀਲਾਂ ਦੇ ਵੱਲੋਂ ਇਸ ਰਿਮਾਂਡ ਦਾ ਵਿਰੋਧ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਰਿਮਾਂਡ ਜਿਹੜਾ ਨਹੀਂ ਮਿਲਣਾ ਚਾਹੀਦਾ। ਇਹ ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਦੇ ਉੱਤੇ ਵਾਪਰੀ ਘਟਨਾ ਦੇ ਦਰਮਿਆਨ ਪੰਜਾਬੀ ਐਕਟਰ ਦੀਪ ਸਿੱਧੂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜ਼ਮਾਨਤ ਦਿੱਤੀ ਗਈ ਸੀ, ਪਰ ਜਿਵੇਂ ਹੀ ਦੀਪ ਸਿੱਧੂ ਦੇ ਰਿਹਾ ਹੋਣ ਦਾ ਸਮਾਂ ਆਇਆ ਉਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੀ ਟੀਮ ਨੇ ਤਿਹਾੜ ਜੇਲ੍ਹ ਦੇ ਵਿੱਚ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਇਹ ਲਾਲ ਕਿਲੇ ਘਟਨਾ ਤੋਂ ਬਾਅਦ ਪੁਰਾਤੱਤਵ ਵਿਭਾਗ ਦੇ ਵੱਲੋਂ ਦਰਜ ਕਰਵਾਈ ਗਈ FIR ਦੇ ਉੱਤੇ ਗ੍ਰਿਫਤਾਰੀ ਹੋਈ ਹੈ। ਇਹ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਕੌਮੀ ਸਮਾਰਕ ਬੇਅਦਬੀ ਰੋਕੂ ਕਾਨੂੰਨ ਅਤੇ ਪੁਰਾਤੱਤਵ ਇਮਾਰਤਾਂ ਤੇ ਸਮਾਰਕਾਂ ਦੀ ਰਾਖੀ ਦੇ ਲਈ ਬਣਾਏ ਗਏ ਕਾਨੂੰਨ ਸਣੇ ਆਰਮਸ ਐਕਟ ਦੀ ਧਾਰਾਵਾਂ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਣਵਾਈ ਦੇ ਦਰਮਿਆਨ ਦੀਪ ਸਿੱਧੂ ਦੇ ਵਕੀਲ ਨੇ ਅਦਾਲਤ ਦੇ ਵਿੱਚ ਕਿਹਾ ਸੀ ਕਿ ਮਹਿਜ਼ ਹਾਜ਼ਰੀ ਲਵਾਉਣਾ ਉਸ ਦੇ ਮੁਵੱਕਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੀੜ ਇਕੱਠੀ ਕਰਨ ਦੇ ਦੋਸ਼ ਨਹੀਂ ਲਗਾਏ ਜਾ ਸਕਦੇ। ਇਹ ਵੀ ਦੀਪ ਸਿੱਧੂ ਦੇ ਵਕੀਲਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਫਿਰ ਸੁਣਵਾਈ ਹੋਣੀ ਹੈ। ਰਿਮਾਂਡ ਦੇ ਉੱਤੇ ਫੈਸਲਾ ਅੱਜ ਹੋਏਗਾ। ਉਧਰ ਸੰਯੁਕਤ ਕਿਸਾਨ ਮੋਰਚੇ ਦੇ 5 ਮੈਂਬਰੀ ਕਮੇਟੀ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਇਹਨਾਂ 5 ਮੈਂਬਰੀ ਕਮੇਟੀ ਦੇ ਕਿਹੋ ਜਿਹੇ ਕੰਮਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਣਗੇ, ਇਸ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਹੋਈ ਹੈ। ਜਿੱਥੇ ਚੜ੍ਹਦੀ ਕਲਾ ਵੱਲ ਮੋਰਚੇ ਦੀ ਗੱਲ ਕਰਦੇ ਆ ਤੇ ਉੱਥੇ ਸਰਕਾਰ ਜਿਹੜੀ ਆ ਵੱਖ-ਵੱਖ ਬਿਉਂਤਬੰਦੀਆਂ ਬਣਾ ਕੇ ਸਮੇਂ-ਸਮੇਂ ਤੇ ਇਸ ਧਰਨੇ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਆ ਤੇ ਚੁਕਵਾਉਣ ਦੀ ਕੋਸ਼ਿਸ਼ ਵੀ ਕਰ ਰਹੀ ਆ। ਜਿਸ ਤਰ੍ਹਾਂ ਇਹ ਤਿੰਨੇ ਕਾਨੂੰਨ ਜਦੋਂ ਕਰੋਨਾ ਦਾ ਪੂਰਾ ਕਹਿਰ ਸੀ ਉਸ ਵੇਲੇ ਆਰਡੀਨੈਂਸ ਲਾਗੂ ਕਰਕੇ ਜਿਹੜੇ ਆ ਕਾਨੂੰਨ ਲਾਗੂ ਕਰ ਦਿੱਤੇ ਗਏ ਸੀ। 1 ਸਾਲ ਤੋਂ ਵੱਧ ਸਮਾਂ ਹੋ ਗਿਆ ਅੱਜ ਇਹਨਾਂ ਕਾਨੂੰਨਾਂ ਨੂੰ ਲਾਗੂ ਕੀਤੇ ਹੋਏ ਤੇ ਅੱਜ 1 ਸਾਲ ਦੇ ਬਾਅਦ ਹੀ ਫਿਰ ਕਰੋਨਾ ਦਾ ਜਿਹੜਾ ਕਹਿਰ ਦੁਬਾਰਾ ਜਿਹੜਾ ਜਾਰੀ ਹੋ ਗਿਆ ਹੈ ਔਰ ਉਹਦੀ ਆੜ ਦੇ ਵਿੱਚ ਅੱਜ ਸਰਕਾਰ ਜਿਹੜੀ ਆ ਆਪਰੇਸ਼ਨ ਕਲੀਨ ਦਾ ਨਾਂ ਦੇ ਕੇ ਜਿਹੜਾ ਇਹ ਧਰਨਾ ਚੁਕਾਉਣਾ ਚਾਹੁੰਦੀ ਹੈ। ਦੇਖੋ, ਸਰਕਾਰ ਨੇ ਇਸ ਮੋਰਚੇ ਨੂੰ ਚੁਕਾਉਣ ਵਾਸਤੇ ਵੱਖ-ਵੱਖ ਹੱਥਕੰਡੇ ਅਪਣਾਏ, ਇਹਨਾਂ ਨੂੰ ਵੱਖ-ਵੱਖ ਰੂਪ ਤੇ ਵੱਖ-ਵੱਖ ਨਾਮ ਦਿੱਤਾ। ਕਦੀ ਅੱਤਵਾਦੀ ਕਿਹਾ, ਕਦੀ ਵੱਖਵਾਦੀ ਕਿਹਾ, ਕਦੀ ਅੰਦੋਲਨ ਜੀਵੀ ਕਿਹਾ, ਕਦੀ ਇਹਨਾਂ ਨੇ ਕਿਹਾ ਕਿ ਇੱਕ ਸੂਬੇ ਦਾ ਜਿਹੜਾ ਸੰਘਰਸ਼ ਆ। ਪਰ ਸਰਕਾਰ ਨੂੰ ਪਤਾ ਲੱਗ ਚੁੱਕਾ ਕਿ ਜਿਹੜੇ ਜਿੰਨੇ ਵੀ ਅੰਦੋਲਨਕਾਰੀ ਆ ਉਹ ਪੂਰੇ ਇਕਜੁੱਟ ਹੋ ਕੇ ਬੈਠੇ ਆ ਤੇ ਅੱਜ ਜਿਹੜਾ ਸੰਘਰਸ਼ ਆ ਉਹ ਸਾਰੀਆਂ ਸਟੇਟਾਂ ਦਾ ਅੱਜ ਪੂਰੇ ਦੇਸ਼ ਦਾ ਬਣ ਚੁੱਕਾ ਆ। ਸਾਰੇ ਲੋਕਾਂ ਦੀਆਂ ਭਾਵਨਾਵਾਂ ਇਸ ਸੰਘਰਸ਼ ਦੇ ਨਾਲ ਜੁੜੀਆਂ ਆ। ਗੱਲ ਕਰਦੇ ਆ ਕਰੋਨਾ ਦੀ। ਦੇਖੋ, ਕਰੋਨਾ ਜਦੋਂ ਸੀ ਤੇ ਉਸੇ ਵੇਲੇ ਜਿਹੜਾ ਇਹ ਸੰਘਰਸ਼ ਜਿਹੜਾ ਆ ਸ਼ੁਰੂ ਹੋਇਆ ਸੀਗਾ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਸੀਗਾ ਤੇ ਅੱਜ ਫਿਰ ਵੀ ਇਹ ਸੰਘਰਸ਼ ਨੂੰ ਜਿੱਤਣ ਵਾਸਤੇ
ਆਪਣੀ ਅੜੀ ਤੇ ਅੜੀਆਂ ਹੋਈਆਂ ਆ ਔਰ ਇਹਨਾਂ ਬਿਮਾਰੀਆਂ ਦੀ ਜਾਂ ਇਹਨਾਂ ਆਫਤਾਂ ਦੀ ਜਾਂ ਸਰਕਾਰ ਦੀਆਂ ਜਿੰਨੀਆਂ ਵੀ ਇਹ ਸਾਡੇ ਤੇ ਤਸ਼ੱਦਦ ਕਰਨਾ ਚਾਹੁੰਦੀ ਆ ਜਾਂ ਡਰਾਉਣਾ ਚਾਹੁੰਦੀ ਆ ਜਾਂ ਇੰਨਾ ਹੀ ਇਹਦੇ ਨੋਟਿਸ ਭੇਜ ਕੇ ਜਿੰਨੇ ਵੀ ਸਾਡੇ ਸਮਾਜਿਕ ਧਾਰਮਿਕ ਲੋਕ ਆ ਉਹਨਾਂ ਨੂੰ ਸਾਡੇ ਨਾਲੋਂ ਵਖਰੇਵਾਂ ਕਰਨੀ ਚਾਹੁੰਦੀ ਆ ਦੀ ਪਰਵਾਹ ਨਾ ਕਰਦੇ ਹੋਏ ਅੱਜ ਵੀ ਜਿਹੜੀਆਂ ਡਟੀਆਂ ਹੋਈਆਂ ਸਾਡੇ ਪੂਰੇ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਜਥੇਬੰਦੀਆਂ। ਔਰ ਆਪਰੇਸ਼ਨ ਕਲੀਨ ਦੀ ਗੱਲ ਕਰਦੇ ਆ ਕਿ ਸਰਕਾਰ ਦੇ ਮਨ ਦੇ ਵਿੱਚ ਇੱਕ ਭੁਲੇਖਾ ਕਿ ਅਸੀਂ ਇੱਥੋਂ ਇਹਦਾ ਨਾਂ ਲੈ ਕੇ ਅੰਦੋਲਨ ਜਿਹੜਾ ਚੁਕਵਾ ਦਿਆਂਗੇ। ਗਾਜੀਪੁਰ ਬਾਰਡਰ ਤੇ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਉੱਥੇ ਵੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉੱਥੇ ਸਰੀਰਕ ਤੌਰ ਤੇ ਥੋੜੇ ਸਾਡੇ ਕਿਸਾਨ ਵੀਰ ਸੀ, ਪਰ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਰਕੇਸ਼ ਟਕੈਤ ਦੇ ਹੰਝੂਆਂ ਨੇ ਇੱਕ ਸਮੁੰਦਰ ਦਾ ਕੰਮ ਕੀਤਾ ਔਰ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਇਕੱਠਾ ਕਰ ਦਿੱਤਾ। ਸਰਕਾਰ ਦਾ ਵਹਿਮ ਆ ਕਿ ਜਿਹੜੇ ਲੋਕ ਅੱਜ ਵਾਢੀਆਂ ਕਰਨ ਚਲ ਗਏ, ਆਪਣੀਆਂ ਫਸਲਾਂ ਸਾਂਭਣ ਚਲ ਗਏ ਆ, ਇਹ ਆਪਣਾ ਵਹਿਮ ਕੱਢ ਦੇਣ। ਇੱਥੋਂ ਸੰਯੁਕਤ ਮੋਰਚੇ ਵੱਲੋਂ ਇੱਕ ਵੀ ਆਵਾਜ਼ ਦੇ ਦਿੱਤੀ ਜਾਵੇ ਅੱਜ ਵੀ, ਤੇ ਲੱਖਾਂ ਕਿਸਾਨ ਤੇ ਲੱਖਾਂ ਦੇਸ਼ ਵਾਸੀ ਇਸ ਧਰਨੇ ਦੇ ਵਿੱਚ ਪਹੁੰਚ ਜਾਣਗੇ ਤੇ ਪਹੁੰਚ ਰਹੇ ਆ। ਇਹ ਜਿਹੜਾ ਧਰਨਾ ਆ ਇਹ ਅੱਜ ਪੂਰਾ ਦੇਸ਼ ਵਿਆਪੀ ਹੋ ਚੁੱਕਾ ਆ। ਇਹ ਸਰਕਾਰ ਤਾਂ ਕਹਿੰਦੀ ਆ ਕਿ ਅਸੀਂ ਧਰਨਾ ਚੁਕਾਉਣਾ ਆ, ਇਹ ਤਾਂ ਆਪਰੇਸ਼ਨ ਕਲੀਨ ਕਰਨ ਦੀ ਗੱਲ ਕਰਦੀ ਆ। ਮੈਂ ਕਹਿੰਦਾ ਕਿ ਕਿਤੇ ਇਹ ਜਿਹੜੇ ਲੋਕ ਆ, ਜਿਹੜੇ ਅੰਦੋਲਨਕਾਰੀ ਆ, ਕਿਤੇ ਬੀਜੇਪੀ ਨੂੰ ਨਾ ਕਲੀਨ ਕਰ ਦੇਣ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿੰਨਾ ਅੰਦੋਲਨ ਵੱਧ ਰਿਹਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੀਜੇਪੀ ਦੀਆਂ ਜੜ੍ਹਾਂ ਪੂਰੀਆਂ ਹਿਲਾ ਕੇ ਰੱਖ ਦੇਵੇਗਾ। ਇਹਨਾਂ ਦੀ ਜਿਹੜੀ ਰਾਜਨੀਤਿਕ ਜ਼ਮੀਨ ਜਿਹਦੇ ਉੱਪਰ ਬੈਠ ਕੇ ਇਹ ਅੱਜ ਇੰਨੇ ਤਸ਼ੱਦਦ ਇੰਨੇ ਬਿੱਲ ਲਾਗੂ ਕਰੀ ਜਾ ਰਹੇ ਆ ਔਰ ਬਿੱਲ ਰੱਦ ਕਰਨ ਦਾ ਨਾਂ ਨਹੀਂ ਲੈ ਰਹੇ, ਉਹ ਜ਼ਮੀਨ ਕਿਤੇ ਨਾ ਕਿਤੇ ਇਹਨਾਂ ਅੰਦੋਲਨਕਾਰੀਆਂ ਨੇ ਇਹਨਾਂ ਦੇ ਥੱਲਿਓਂ ਖਿੱਚ ਲੈਣੀ ਆ ਤੇ ਉਸ ਦਿਨ ਬਹੁਤ ਦੇਰ ਹੋ ਚੁੱਕਣੀ ਆ। ਇਸ ਕਰਕੇ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਸਮੇਂ ਤੋਂ ਪਹਿਲਾਂ ਅੱਜ ਵੀ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਇਹਨਾਂ ਅੰਦੋਲਨਕਾਰੀਆਂ ਨੂੰ ਜਿਹੜਾ ਆਪਣੀ ਘਰਾਂ ਦੇ ਵਿੱਚ ਭੇਜਣ ਦੀ ਗੱਲ ਕਰਨ। ਇਹ ਕਹਿ ਰਹੇ ਆ ਕਿ ਕਰੋਨਾ ਦੇ ਨਾਂ ਤੇ ਧਰਨਾ ਚੱਕ ਲਿਆ ਜਾਵੇ। ਅਸੀਂ ਤਾਂ ਕਹਿੰਦੇ ਆ ਕਿ ਧਰਨਾ ਚੱਕ ਲੈਂਦੇ ਆ, ਅਸੀਂ ਤਾਂ ਤਿਆਰ ਆ ਧਰਨਾ ਚੱਕਣ ਵਾਸਤੇ। ਅੱਜ ਵੀ ਜਿਹੜੀ ਸਰਕਾਰ ਅੱਜ ਬਿੱਲ ਰੱਦ ਕਰ ਦੇਵੇ, ਅਸੀਂ ਆਪਣੇ ਘਰਾਂ ਨੂੰ ਚਲਾ ਜਾਵਾਂਗੇ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਏ ਗਏ ਅਲੌਕਿਕ ਨਗਰ ਕੀਰਤਨ ਦੇ ਰੂਪਨਗਰ ਦੇ ਵਿੱਚ ਪਹੁੰਚਣ ਦੇ ਉੱਤੇ ਭਰਵੇਂ ਹੁਲਾਰੇ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਦੇ ਉੱਤੇ ਸੰਗਤਾਂ ਨੇ ਵੱਖਰੇ ਢੰਗ ਦੇ ਨਾਲ ਸਵਾਗਤ ਜਿਹੜਾ ਕੀਤਾ ਹੈ। ਕਾਫੀ ਵੱਡੇ ਪੱਧਰ ਦੇ ਉੱਤੇ ਖਾਲਸਾਈ ਜਾਹੂ ਜਲਾਲ ਵੀ ਇਸ ਨਗਰ ਕੀਰਤਨ ਦੇ ਵਿੱਚ ਵੇਖਣ ਨੂੰ ਮਿਲਿਆ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਰੋਪੜ 'ਚ ਪਹੁੰਚਿਆ। ਤੁਹਾਡੇ ਸਾਹਮਣੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਵੇਲੇ ਤੱਕ ਸੰਗਤ ਰੋਪੜ ਦੇ ਬੇਲਾ ਚੌਂਕ ਦੇ ਵਿੱਚ ਖੜੀ ਆ। ਪਹਿਲਾ ਸਵਾਗਤ ਟੀ ਪੁਆਇੰਟ ਤੇ ਕੀਤਾ ਸੀ, ਦੂਸਰਾ ਬਾਈਪਾਸ ਤੋਂ ਬੇਲਾ ਚੌਂਕ ਨੂੰ ਜਿਹੜੀ ਰੋਡ ਆਉਂਦੀ ਆ ਉਹਦੇ ਉੱਤੇ, ਔਰ ਹੁਣ ਇੱਥੇ ਜਿਹੜਾ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਜਿੰਨੀਆਂ ਮੰਦਿਰ ਦੀਆਂ ਕਮੇਟੀਆਂ, ਗੁਰਦੁਆਰਾ ਸਾਹਿਬਾਨ, ਮੁਸਲਿਮ ਭਾਈਚਾਰਾ, ਕ੍ਰਿਸਚਨ ਭਾਈਚਾਰਾ, ਸਾਰੇ ਸ਼ਹਿਰ ਨੇ ਵੰਡ ਕੇ ਆਪੋ ਆਪਣੀ ਸੇਵਾ ਲਈ ਹੈ। ਕਿਸੇ ਨੇ ਲੰਗਰਾਂ ਦੀ ਲਈ ਹੈ, ਕਿਸੇ ਨੇ ਜਲ ਦੀ ਲਈ ਹੈ, ਕਿਸੇ ਨੇ ਚਾਹ ਦੀ ਲਈ ਹੈ। ਔਰ ਸਾਂਝੇ ਤੌਰ ਤੇ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ, ਜਿਸ ਤਰ੍ਹਾਂ ਦਾ ਉਹਨਾਂ ਦਾ ਬਲੀਦਾਨ ਸੀ ਧਰਮ ਦੀ ਆਜ਼ਾਦੀ ਵਾਸਤੇ, ਉਹਦੇ ਕਰਕੇ ਸਾਰੇ ਧਰਮਾਂ ਦੇ ਲੋਕ ਅੱਜ ਇਸ ਨਗਰ ਕੀਰਤਨ ਨੂੰ ਸਜਦਾ ਕਰਨ ਵਾਸਤੇ ਆਏ ਆ। ਮੈਂ ਸਾਰੇ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਅੱਜ ਦੇ ਸਮੇਂ ਦੇ ਅਨੁਸਾਰ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਸੀਂ ਸਭ ਨੂੰ ਅਪੀਲ ਕਰ ਰਹੇ ਹਾਂ ਕਿ ਸਾਰੇ ਬੰਦੇ ਮਾਸਕ ਪਾ ਕੇ ਆਪ ਵੀ ਸੁਰੱਖਿਅਤ ਰਹਿਣ, ਸਾਰੇ ਅੱਗੇ ਸਮਾਜ ਨੂੰ ਵੀ ਸੁਰੱਖਿਅਤ ਰੱਖਣ। ਤਾਂ ਇਸ ਤਰ੍ਹਾਂ ਦਾ ਵੱਖ ਤਰ੍ਹਾਂ ਦਾ ਲੰਗਰ ਲਾਇਆ ਗਿਆ। ਸਾਰਿਆਂ ਨੂੰ ਅਸੀਂ ਅਪੀਲ ਕਰ ਰਹੇ ਹਾਂ, ਬਾਰ-ਬਾਰ ਹੱਥ ਸੈਨੀਟਾਈਜ਼ ਕਰੋ, ਡਿਸਟੈਂਸ ਮੇਨਟੇਨ ਕਰੋ ਤੇ ਮਾਸਕ ਪਾ ਕੇ ਰੱਖੋ। ਅੱਜ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਉਹਦੇ ਸੰਬੰਧ ਦੇ ਵਿੱਚ ਜੋ ਨਗਰ ਕੀਰਤਨ ਦਿੱਲੀ ਤੋਂ ਚੱਲਿਆ ਸੀ, ਅੱਜ ਉਹਨਾਂ ਦਾ ਰੋਪੜ ਪਹੁੰਚਣ ਤੇ ਰੋਪੜ ਮੋਟਰ ਪਾਰਟਸ ਮਕੈਨੀਕਲ ਯੂਨੀਅਨ ਵੱਲੋਂ ਤੇ ਸਮੂਹ ਪਪਰਾਲਾ ਤੇ ਰੈਲੋਂ ਦੀ ਪੰਚਾਇਤ ਵੱਲੋਂ ਉਹਨਾਂ ਦਾ ਰਲ ਕੇ ਸਵਾਗਤ ਕੀਤਾ ਗਿਆ ਤੇ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਨਗਰ ਕੀਰਤਨ ਦਾ ਬਹੁਤ ਵੱਡਾ ਸਵਾਗਤ ਕੀਤਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਵੀ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।